ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। BA ਸਮੈਸਟਰ 3 ਪੰਜਾਬੀ ਸਾਹਿਤ ਦੇ ਵਿੱਚ ਵਾਰ ਕਾਵਿ ਕਵਰ ਕਰਾਂਗੇ। ਇੰਪੋਰਟੈਂਟ ਟੌਪਿਕ ਹੈ। ਫਟਾਫਟ ਪਹਿਲਾਂ ਸ਼ੇਅਰ ਬਟਨ ਔਨ ਕਰ ਦਿਓ। ਸੋ ਵਾਰ ਕਾਵਿ ਤੋਂ ਅਰਥ ਹੈਗਾ ਕਿ ਮੌਲਿਕ ਇੱਕ ਕਾਵਿ ਰੂਪ ਜਿਹਦੇ ਵਿੱਚ ਦੋ ਵਿਰੋਧੀ ਧੜੇ ਹੁੰਦੇ ਆ। ਠੀਕ ਹੈ। ਸੋ ਕੁਐਸਚਨ ਚਾਹੇ ਤੁਹਾਨੂੰ ਆ ਜਾਏ ਵਿਸ਼ੇਸ਼ਤਾਵਾਂ ਜਾਂ ਤੱਤ, ਤਾਂ ਕੁਐਸਚਨ ਆਪਾਂ ਨੇ ਇਹੀ ਲਿਖ ਕੇ ਆਉਣਾ। ਸੋ ਪਹਿਲਾਂ ਇਸ ਦਾ ਰੂਪ ਸੀ ਲੋਕਵਾਰ ਅਤੇ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਬਾਅਦ 'ਚ ਇਹ ਅਧਿਆਤਮਕਤਾ ਵੱਲ ਚਲੀ ਗਈ, ਧਾਰਮਿਕ ਦਾ ਟੱਚ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖਿਆ, ਵਰਲਡ ਫੇਮਸ ਹੈ ਇਹ, ਹੈ ਨਾ। ਤਾਂ ਵਾਰ ਜਿਹੜੀਆਂ ਨੇ ਤਿੰਨ ਪ੍ਰਕਾਰ ਦੀਆਂ, ਤਿੰਨ ਪੜਾਵਾਂ ਦੇ ਵਿੱਚੋਂ ਲੰਘੀ ਹੈ: ਲੋਕਵਾਰ, ਅਧਿਆਤਮਕ ਅਤੇ ਇਤਿਹਾਸਕ ਵਾਰ। ਵਾਰ ਰੂਪ ਦੇ ਵਿੱਚ ਹਮੇਸ਼ਾ ਦੋ ਵਿਰੋਧੀ ਜੁੱਟ ਪੇਸ਼, ਦੋ ਵਿਰੋਧੀ ਗਰੁੱਪ ਪੇਸ਼ ਕੀਤੇ ਜਾਂਦੇ ਨੇ। ਪੰਜਾਬੀ ਵਾਰ ਦਾ ਪ੍ਰਮੁੱਖ ਪਛਾਣ ਚਿੰਨ੍ਹ ਜਿਹੜਾ ਹੈ ਇਸਦਾ ਵੀਰ ਰਸ ਦੀ ਧਾਰਨੀ ਹੋਣਾ ਹੈ। ਵੀਰ ਰਸ ਪਾਇਆ ਜਾਂਦਾ ਹੈ ਆਪਣੇ ਵਾਰ ਦੇ ਵਿੱਚ, ਵੀਰ ਰਸ ਪਾਇਆ ਜਾਂਦਾ ਹੈ। ਅਧਿਆਤਮਕ ਵਾਰਾਂ ਦੇ ਵਿੱਚ ਵੀਰ ਰਸੀ ਨਹੀਂ ਹੁੰਦੀਆਂ। ਲੋਕ ਵਾਰਾਂ ਅਤੇ ਇਤਿਹਾਸਕ ਵਾਰਾਂ ਬਿਰਤਾਂਤ ਮੁੱਖ ਨੇ। ਇਹ ਤਤਕਾਲੀ ਯਥਾਰਥਕ ਗਲਪ ਬਿੰਬ ਰਾਹੀਂ ਜਿਹੜੀਆਂ ਨੇ ਉਸਰਦੀਆਂ ਨੇ। ਅਧਿਆਤਮਕ ਵਾਰਾਂ ਬਿਰਤਾਂਤ ਮੁਕਤ ਨੇ, ਮਤਲਬ ਇਹਨਾਂ 'ਚ ਬਿਰਤਾਂਤ ਨਹੀਂ ਪਾਇਆ ਜਾਂਦਾ। ਅਧਿਆਤਮਕ ਧਾਰਮਿਕ ਹੁੰਦੀਆਂ ਨੇ ਅਤੇ ਇਹਨਾਂ ਵਿਚਲੇ ਸਲੋਕ ਜਿਹੜੇ ਨੇ ਸਮਾਜਿਕ ਯਥਾਰਥ ਨੂੰ, ਉਸ ਟਾਈਮ ਦੇ ਤਤਕਾਲੀਨ ਜਿਹੜੇ ਹੁੰਦੇ ਨੇ, ਰੀਸੈਂਟ ਹੁੰਦੇ ਨੇ, ਉਹਨਾਂ ਨੂੰ, ਸੱਚਾਈਆਂ ਨੂੰ ਸਮਾਜ ਦੀਆਂ ਨੂੰ ਪੇਸ਼ ਕੀਤਾ ਜਾਂਦਾ ਅਧਿਆਤਮਕ 'ਚ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ। ਪੌੜੀਆਂ ਅਮੂਰਤ ਸੰਬੰਧਾਂ ਨੂੰ ਦੱਸਦੀਆਂ ਨੇ। ਠੀਕ ਹੈ, ਜਿਹੜੇ ਸੰਬੰਧ ਪਰਮਾਤਮਾ ਦੇ ਨਾਲ ਸਾਡੇ ਅਮੂਰਤ ਨੇ। ਲੋਕ ਇਤਿਹਾਸਿਕ ਵਾਰ ਜਿਹੜੀ ਹੁੰਦੀ ਹੈ ਮਨੁੱਖ ਕੇਂਦਰਿਤ ਹੁੰਦੀ ਹੈ। ਅਧਿਆਤਮਕ ਵਾਰ ਬ੍ਰਹਮ ਕੇਂਦਰਿਤ ਹੁੰਦੀ ਹੈ। ਜਿਹੜੀ ਅਧਿਆਤਮਕ ਹੁੰਦੀ ਹੈ ਉਹ ਬ੍ਰਹਮ ਯਾਨੀ ਕਿ ਪਰਮਾਤਮਾ ਦੇ ਕੇਂਦਰਿਤ ਹੁੰਦੀ ਹੈ। ਇਤਿਹਾਸਕ ਵਾਰ ਜਿਹੜੀ ਹੁੰਦੀ ਹੈ ਉਹ ਮਨੁੱਖ ਕੇਂਦਰਿਤ ਹੁੰਦੀ ਹੈ। ਲੋਕ ਇਤਿਹਾਸਕ ਵਾਰ ਦਾ ਨਾਇਕ ਮਰਦਾ ਹੈ, ਮਾਰਦਾ ਹੈ, ਦੁੱਖ ਦਿੰਦਾ ਹੈ, ਦੁੱਖ ਪਾਉਂਦਾ ਹੈ। ਪਰ ਅਧਿਆਤਮਕ ਵਾਰ ਦਾ ਨਾਇਕ ਜਿਹੜਾ ਹੈ ਅਮੂਰਤ ਹੁੰਦਾ, ਅਗਮ ਹੁੰਦਾ, ਅਗੋਚਰ ਯਾਨੀ ਕਿ ਪਰਮਾਤਮਾ, ਰਹੱਸ ਦਾ ਵਿਸ਼ਾ ਹੁੰਦਾ। ਤਾਂ ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਵਾਰ ਯੂਜ਼ ਕੀਤੀ ਆ। ਅਧਿਆਤਮਕ, ਇਤਿਹਾਸਕ ਅਤੇ ਲੋਕਵਾਰ ਤਿੰਨਾਂ ਦੀ ਪ੍ਰਮੁੱਖ ਪਛਾਣ ਕੀ ਹੈ? ਮਹਿਮਾ ਮੁੱਖ ਹੋਣਾ, ਮਤਲਬ ਪ੍ਰਸ਼ੰਸਾ ਮੁਖੀ ਹੋਣਾ। ਅਤੇ ਇਹ ਕੀ ਕਰਦੇ ਨੇ, ਇਹਦੇ ਵਿੱਚ ਕੀ ਕੀਤਾ ਜਾਂਦਾ, ਤਿੰਨੋਂ ਤਰ੍ਹਾਂ ਦੇ ਪੜਾਵਾਂ ਦੇ ਵਿੱਚ ਆਪੋ ਆਪਣੇ ਨਾਇਕ ਦੀ ਮਹਿਮਾ ਜਿਹੜੀ ਹੈ, ਪ੍ਰਸ਼ੰਸਾ ਦਾ ਗੁਣਗਾਨ ਕੀਤਾ ਜਾਂਦਾ। ਵਾਰ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਵਾਰ ਇੱਕ ਅਜਿਹਾ ਕਾਵਿ ਰੂਪ ਹੈ ਜਿਸ ਵਿੱਚ ਦੇਸ਼, ਕੌਮ, ਧਰਮ ਲਈ ਜੰਗ ਦੇ ਮੈਦਾਨਾਂ ਵਿੱਚ ਜੂਝਦਿਆਂ ਜਿੱਤ ਪ੍ਰਾਪਤ ਕਰਨ ਜਾਂ ਸ਼ਹੀਦ ਹੋਣ ਵਾਲੇ ਸੂਰਮੇ ਦੀ ਸੂਰਗਤੀ ਪਾਉਣ ਅਤੇ ਵਿਸ਼ੇਸ਼ ਪ੍ਰਕਾਰ ਦੀ ਛੰਦਬੰਦੀ, ਔਜ, ਜੋਸ਼, ਪਰਿਭਾਸ਼ਾ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ। ਵੰਨ ਸਵੰਨੇ ਅਲੰਕਾਰ ਵਰਤੇ ਜਾਂਦੇ ਨੇ। ਬਿੰਬ ਸਿਰਜਣਾ ਰਾਹੀਂ ਪੇਸ਼ ਕਰਦੇ ਹੋਏ ਵੀਰ ਰਸ ਨੂੰ ਪ੍ਰਚੰਡ ਕੀਤਾ ਜਾਂਦਾ। ਸੋ ਇਸ ਨਾਲ ਸਰੋਤਿਆਂ ਵਿੱਚ ਜੋਸ਼ ਪੈਦਾ ਹੁੰਦਾ। ਤਾਂ ਵੀਰ ਰਸ ਜਿਹੜੀ ਵਾਰ ਹੁੰਦੀ ਹੈ ਇਹ ਵੀਰ ਪ੍ਰਧਾਨ ਹੁੰਦੀ ਹੈ, ਮਤਲਬ ਕਿ ਵੀਰਤਾ ਲਈ, ਜਜ਼ਬੇ ਲਈ, ਜੋਸ਼ ਭਰਨ ਲਈ ਜਿਹੜੀ ਹੈਗੀ ਆ ਵਾਰ ਗਾਈ ਜਾਂਦੀ ਹੈ। ਇਸ ਦੇ ਉਲਟ ਜਿਹੜੀ ਅਧਿਆਤਮਕ ਵਾਰ ਹੁੰਦੀ ਹੈ ਬਿਲਕੁਲ ਸ਼ਾਂਤ ਹੁੰਦੀ ਹੈ। ਅਧਿਆਤਮਕ ਪਰਮਾਤਮਾ ਵਾਲੀ ਹੁੰਦੀ ਹੈ, ਠੀਕ ਹੈ, ਰਹੱਸਵਾਦੀ ਹੁੰਦੀ ਹੈ, ਤਾਂ ਅਲੌਕਿਕ ਹੁੰਦੀ ਹੈ, ਅਗਮ ਹੁੰਦੀ ਹੈ, ਤਾਂ ਇਹ ਬਿਲਕੁਲ ਹੀ ਸ਼ਾਂਤ ਹੁੰਦੀ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਬਿਲਕੁਲ ਸ਼ਾਂਤ ਰਸ ਜਿਹੜਾ ਸੀ ਵੀਰ ਜਿਹੜਾ ਹੈ ਵਾਰ ਰਸ ਦਾ ਪੇਸ਼ ਕੀਤਾ। ਵਾਰ ਦੇ ਤੱਤ ਕਿਹੜੇ ਕਿਹੜੇ ਹੁੰਦੇ ਨੇ? ਵਾਰ ਦਾ ਵਿਸ਼ਾ ਅਤੇ ਰੂਪ ਸਾਹਿਤ ਦੇ ਦੂਜੇ ਰੂਪਾਂ ਤੋਂ ਭਿੰਨ ਹੁੰਦਾ, ਕਿਉਂਕਿ ਇਹਨਾਂ ਗੁਣਾਂ ਦੀ ਸਫਲਤਾ ਹੀ ਕਿਸੇ ਵਾਰ ਨੂੰ ਸਫਲ ਬਣਾ ਸਕਦੀ ਹੈ। ਇਹ ਬਿਲਕੁਲ ਅਲੱਗ ਹੁੰਦਾ ਹੈ। ਮਨੋਰਥ ਜਾਂ ਉਦੇਸ਼। ਲੋਕਵਾਰ ਜਾਂ ਫਿਰ ਇਤਿਹਾਸਕ ਵਾਰ ਦਾ ਮੁੱਖ ਉਦੇਸ਼ ਹੁੰਦਾ ਹੈ ਕਿ ਭਾਰਤੀ ਮਹਾਂਕਾਵ ਵਾਂਗੂ ਜਿਹੜਾ ਵੀ ਇਹਦੇ ਵਿੱਚ ਨਾਇਕ ਹੈ ਉਸ ਨੂੰ, ਉਸਦੀ ਵੀਰਤਾ ਦੇ ਜਿਹੜੇ ਹੁੰਦੇ ਨੇ, ਪ੍ਰਸ਼ੰਸਾ ਦੇ ਬਾਰੇ ਉਸਦੇ ਗਾਣਾ, ਇੱਕ ਅਨੋਖੇ ਉਤਸ਼ਾਹ ਨਾਲ ਗਾਣਾ, ਤਾਂ ਕਿ ਜਿਹੜੇ ਪਾਠਕ ਨੇ, ਜਿਹੜੇ ਸਰੋਤੇ ਸੁਣ ਰਹੇ ਨੇ, ਉਹ ਉਸ ਨੂੰ ਐਕਸਪੀਰੀਅੰਸ ਕਰ ਸਕਣ ਅਤੇ ਜੋ ਕਹਿਣ ਜਾ ਰਹੇ ਆ ਤੇ ਉਸ ਦੇ ਅਕੋਰਡਿੰਗ ਜਿਹੜਾ ਹੈ ਉਸ ਨੂੰ ਸੂਰਮਾ ਸਵੀਕਾਰ ਕਰਨ ਲੱਗ। ਹੁਣ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਹੈ, ਤਾਂ ਇਹਦੇ ਵਿੱਚ ਅਸੀਂ ਦੁਰਗਾ ਮਾਤਾ ਦਾ ਜਿਹੜਾ ਹੈ ਇਹਨਾਂ ਨੇ ਵਾਰ ਜਿਹੜੀ ਇਹ ਗਾਈ ਹੈ। ਤਾਂ ਸਾਨੂੰ ਪਤਾ ਹੈ, ਸਾਨੂੰ ਇੱਦਾਂ ਲੱਗਦਾ ਕਿ ਯੁੱਧ ਦੇ ਵਿੱਚ ਜਿਹੜੀ ਹੈ ਦੁਰਗਾ ਮਾਤਾ ਜਿਹੜੀ ਹੈ, ਯੁੱਧ ਟਾਈਮ ਅਗਰ ਅਸੀਂ ਇਸਨੂੰ ਉਹ ਕਰਾਂਗੇ, ਗਾਵਾਂਗੇ, ਤਾਂ ਜ਼ਰੂਰ ਯੁੱਧ ਜਿੱਤ ਕੇ ਆਵਾਂਗੇ, ਹੈ ਨਾ। ਤਾਂ ਅਸੀਂ ਇਸ ਚੀਜ਼ ਲਈ ਮੰਨ ਜਾਂਦੇ ਹਾਂ, ਸਵੀਕਾਰ ਕਰ ਲੈਂਦੇ ਹਾਂ ਅਤੇ ਉਸ ਵਾਂਗ ਹੀ ਦੁਸ਼ਮਣਾਂ ਨਾਲ ਜੰਗ ਕਰਨ ਲਈ, ਲੜਨ ਮਰਨ ਲਈ ਤਿਆਰ ਹੋ ਜਾਂਦੇ ਹਾਂ। ਪੁਰਾਣੇ ਸਮਿਆਂ ਵਿੱਚ ਰਾਜੇ ਮਹਾਰਾਜਿਆਂ ਵਿੱਚ ਲੜਾਈਆਂ ਹੁੰਦੀਆਂ ਸੀ ਤਾਂ ਉਹ ਆਪਣੇ ਦਰਬਾਰ ਦੇ ਵਿੱਚ ਜਿਹੜੇ ਸੀਗੇ ਵਾਰਾਂ ਗਾਣ ਵਾਲੇ ਉਹਨਾਂ ਨੇ ਢਾਡੀ ਰੱਖੇ ਹੁੰਦੇ ਸੀ। ਤਾਂ ਗੁਰੂ ਗੋਬਿੰਦ ਜੀ ਦੇ ਟਾਈਮ ਦੇ ਵਿੱਚ ਵੀ ਸੀਗੇ, ਠੀਕ ਹੈ। ਉਹ ਕੀ ਕਰਦੇ ਹੁੰਦੇ ਸੀ, ਕਾਫੀ ਗੁਰੂਆਂ ਨੇ ਰੱਖੇ ਆ ਵੈਸੇ, ਤਾਂ ਉਹ ਕੀ ਕਰਦੇ ਹੁੰਦੇ ਸੀਗੇ, ਗੁਰੂ ਹਰਗੋਬਿੰਦ ਜੀ ਨੇ ਵੀ ਰੱਖੇ ਸੀਗੇ। ਤਾਂ ਆਪਣੇ ਸਵੇਰੇ ਸਵੇਰੇ ਜਿਹੜੇ ਸੀਗੇ ਉਹ ਢਾਡੀ ਗਾ ਰਹੇ ਹੁੰਦੇ ਸੀ, ਅਤੇ ਨਾਲ ਜਿਹੜੇ ਹੈ ਅਖਾੜਿਆਂ ਦੇ ਵਿੱਚ ਜਿਹੜੇ ਸੀਗੇ ਸਿੱਖ ਘੋਲ ਕਰ ਰਹੇ ਹੁੰਦੇ ਸੀ। ਤਾਂ ਗਾਉਂਦੇ ਸੀ ਜਦੋਂ, ਤਾਂ ਉਹਨਾਂ 'ਚ ਜੋਸ਼ ਭਰ ਜਾਂਦਾ ਸੀਗਾ, ਠੀਕ ਹੈ।
ਅਤੇ ਲੜਾਈ ਲਈ ਚੜ੍ਹਾਈਆਂ ਕਰ ਰਹੀਆਂ ਜਿਹੜੀਆਂ ਫੌਜਾਂ ਨੇ, ਅਣਖੀਲੇ ਯੋਧੇ ਨੇ, ਉਹ ਵਾਰਾਂ ਹੇਕ ਲਾ ਲਾ ਕੇ ਉਹਨਾਂ ਨੂੰ ਸੁਣਾਏ ਜਾਂਦੇ ਸੀ ਤਾਂ ਕਿ ਜਿਹੜਾ ਹੈ ਉਹ ਯੁੱਧ ਦੇ ਵਿੱਚ ਲੜਨ ਅਤੇ ਕੁਰਬਾਨੀ ਦੇਣ ਲਈ ਵੀ ਤਿਆਰ ਹੋ ਜਾਣ। ਪਾਤਰ ਚਿਤਰਨ, ਸੂਰਮਿਆਂ ਦੇ ਕਾਰਨਾਮੇ ਜਿੰਨੀ ਸੂਖਮਤਾ ਬਰੀਕੀ ਨਾਲ ਚਿੱਤਰੇ ਹੋਣਗੇ ਤਾਂ ਉਨੀ ਹੀ ਵਾਰ ਸਫਲ ਹੋਏਗੀ। ਤਾਂ ਮੇਨ ਐਲੀਮੈਂਟ ਕੀ ਹੈਗਾ, ਮੇਨ ਤੱਤ ਕੀ ਹੈ, ਪਾਤਰ ਚਿਤਰਨ ਬਹੁਤ ਸੂਖਮਤਾ ਦੇ ਨਾਲ ਜਿਹੜਾ ਹੈ, ਬਿਲਕੁਲ ਦਲੇਰ ਪਾਤਰ ਜਿਹੜਾ ਹੈ ਦਿਖਾਉਣਾ ਚਾਹੀਦਾ ਹੈਗਾ। ਪਾਤਰ ਜਿਹੜਾ ਹੈ ਉਹ ਬਹੁਤ ਯੁੱਧ ਕਲਾ 'ਚ ਨਿਪੁੰਨ ਹੋਣਾ ਚਾਹੀਦਾ, ਤਾਂ ਹੀ ਉਹਨੂੰ ਦੇਖ ਕੇ ਜਿਹੜਾ ਹੈ ਜੋਸ਼ ਆਏਗਾ, ਹੈ ਨਾ। ਤਾਂ ਵਾਤਾਵਰਣ ਜਾਂ ਦ੍ਰਿਸ਼ ਜਿਹੜਾ ਹੈ, ਦ੍ਰਿਸ਼ ਬੜਾ ਜਿਹੜਾ ਹੈ ਜੰਗ ਦਾ ਹੁੰਦਾ, ਮੇਨਲੀ ਵਾਰ ਦੇ ਵਿੱਚ ਜੰਗ ਯੁੱਧ ਦਾ ਜਿਹੜਾ ਹੁੰਦਾ ਉਹ ਵਾਤਾਵਰਣ ਹੁੰਦਾ। ਫੌਜਾਂ ਦੇ ਚੜ੍ਹਾਈ ਵਾਲਾ ਜਿਹੜਾ ਹੈ ਸੀਨ ਕ੍ਰੀਏਟ ਕੀਤਾ ਜਾਂਦਾ। ਬਹਾਦਰੀ ਵਾਲੀਆਂ ਜੰਗੀ ਪੋਸ਼ਾਕਾਂ ਜਿਹੜੀਆਂ ਨੇ, ਹੈ ਨਾ, ਸਰੀਰਕ ਡੀਲ ਡੋਲ ਵਾਲੇ ਨਾਰੇ, ਲਲਕਾਰੇ, ਹੁੰਗਾਰੇ, ਸ਼ਸਤਰਾਂ ਦੀ ਚਮਕ ਦਮਕ, ਰਣ ਭੂਮੀ ਵਿੱਚ ਕੱਟ ਵੱਢ, ਲਹੂ ਦੇ ਨਜ਼ਾਰੇ, ਜੋਗਣੀਆਂ ਭੂਤਣੀਆਂ, ਲਹੂ ਦੀਆਂ ਖੱਪਰਾਂ, ਕਲਪਿਤ ਨਿਰੂਪਣ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦਿਖਾਈਆਂ ਜਾਂਦੀਆਂ। ਤਾਂ ਇਹੋ ਜਿਹੇ ਸੀਨ ਜਿਹੜੇ ਨੇ ਵੀਰਤਾ ਨੂੰ ਉਭਾਰਦੇ ਨੇ ਕਿ ਕਾਵਾਂ ਅਤੇ ਗਿਰਜਾਂ ਦੇ ਝਪਟੇ ਪੈ ਰਹੇ ਨੇ, ਯੋਧਿਆਂ ਦੇ ਵਾਰ ਪ੍ਰਤੀ ਵਾਰ ਹੋ ਰਹੇ ਨੇ, ਤੋਪਾਂ ਚੱਲ ਰਹੀਆਂ ਨੇ, ਗੜਗੜਾਹਟ ਹੋ ਰਹੀ ਹੈ, ਠੀਕ ਹੈ, ਬੱਦਲ ਗੱਜ ਰਹੇ ਨੇ, ਬਰਛੇ ਤਲਵਾਰਾਂ ਚੱਲ ਰਹੀਆਂ ਨੇ, ਤੀਰ ਚੱਲ ਰਹੇ ਨੇ। ਤਾਂ ਇਹ ਸਾਰੀਆਂ ਦੀ ਕੜਕੜਾਹਟ ਦੀ ਆਵਾਜ਼ ਜਿਹੜੀ ਹੈ ਵਾਰਾਂ ਦੇ ਵਿੱਚ ਜਿਹੜੀ ਹੈ ਇਹੋ ਜਿਹਾ ਦ੍ਰਿਸ਼ ਜਿਹੜਾ ਹੈਗਾ ਦਿਖਾਇਆ ਜਾਂਦਾ ਹੈ, ਸੁਣਾਇਆ ਜਾਂਦਾ ਹੈ। ਤੇ ਇਸ ਦੇ ਨਾਲ ਕੀ ਹੈ, ਵੀਰਤਾ ਦਾ ਸੰਚਾਰ ਕੀਤਾ ਜਾਂਦਾ। ਤਾਂ ਮਤਲਬ ਇਸ ਦੇ ਨਾਲ ਜਿਹੜਾ ਹੈ ਸਾਡਾ ਜਿਹੜਾ ਹੈ ਖੂਨ ਖੋਲ੍ਹਣਾ ਸਟਾਰਟ ਹੁੰਦਾ, ਜਿਹੜੇ ਸੁਣ ਰਹੇ ਹੁੰਦੇ ਨੇ। ਛੰਦਾਬੱਦੀ ਦੇ ਵਿੱਚ ਲਿਖੀ ਜਾਂਦੀ ਹੈ, ਪੌੜੀਆਂ ਦੇ ਵਿੱਚ ਵੀ ਲਿਖੀ ਜਾਂਦੀ ਹੈਗੀ ਹੈ ਨਾ। ਨਿਸ਼ਾਨੀ ਅਤੇ ਸਿਰਖੰਡੀ ਛੰਦਵਾਰ ਦੀਆਂ ਪੌੜੀਆਂ ਦੀ ਰਚਨਾ ਜਿਹੜੀ ਹੈ ਬਹੁਤ ਹੀ ਢੁਕਵੀਂ ਹੈ, ਮਤਲਬ ਸਿਰਖੰਡੀ ਛੰਦਵਾਰ ਅਤੇ ਨਿਸ਼ਾਨੀ ਜਿਹੜੀ ਹੈ ਇਹ ਪੌੜੀਆਂ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਬੋਲੀ ਜਿਹੜੀ ਹੈ ਵਾਰ ਦੀ ਬੜੀ ਅਨੋਖੀ ਹੁੰਦੀ ਹੈ, ਜੋਸ਼ੀਲੀ ਹੁੰਦੀ ਹੈ, ਮਜ਼ੇਦਾਰ ਹੁੰਦੀ ਹੈ, ਡਾਢੀ ਹੁੰਦੀ ਹੈਗੀ ਹੈ। ਖਰਵੇਂ ਸੁਰ ਹੁੰਦੇ ਨੇ, ਅਲੰਕਾਰ ਹੁੰਦੇ ਨੇ, ਜਾਨਦਾਰ ਅਲੰਕਾਰ ਹੁੰਦੇ ਨੇ, ਅਤੇ ਜਿਸ ਦੇ ਨਾਲ ਜਿਹੜੀ ਹੈ ਘੂਕਰ ਵੱਜਦੀ ਹੈ, ਮਤਲਬ ਸਾਡੇ ਅੰਦਰ ਜੋਸ਼ ਆਉਂਦਾ। ਅਲੰਕਾਰ ਅਤੇ ਬਿੰਬ ਜਿਹੜੇ ਨੇ ਕਈ ਵਾਰ ਜੰਗ ਵਾਤਾਵਰਣ ਨੂੰ ਪ੍ਰਚੰਡ ਕਰਨ ਲਈ, ਮਤਲਬ ਹੋਰ ਜ਼ਿਆਦਾ ਅੱਗ ਬਾਲਣ ਲਈ ਜੰਗ ਦੇ ਵਿੱਚ ਅਲੰਕਾਰ ਅਤੇ ਬਿੰਬ ਜਿਹੜੇ ਨੇ ਯੂਜ਼ ਕੀਤੇ ਜਾਂਦੇ। ਨਾਦ ਚਿੱਤਰ, ਬੋਲ ਚਿੱਤਰ, ਸ਼ਬਦ ਚਿੱਤਰ, ਬਿੰਬ ਜਿਹੜੇ ਨੇ ਯੂਜ਼ ਕੀਤੇ ਜਾਂਦੇ ਨੇ। ਤੇ ਰਸ ਜਿਹੜਾ ਹੈ ਵੀਰ ਰਸ ਪ੍ਰਧਾਨ ਹੁੰਦਾ, ਪਿੱਛੇ ਵੀ ਦੱਸ ਕੇ ਹਟੀਆਂ। ਇਹਦੇ ਵਿੱਚ ਰੌਦਰ, ਭਿਆਨਕ, ਵੀਭਤਸ, ਕਰੁਣਾ, ਹਾਸ ਰਸ, ਹੋਰ ਰਸ ਜਿਹੜੇ ਨੇ ਹੁੰਦੇ ਨੇ, ਜਿਹੜੇ ਆਪਾਂ ਸੈਕਿੰਡ ਟਰਮ 'ਚ ਵੀ ਕੀਤੇ ਸੀ। ਸੋ ਸਭ ਤੋਂ ਜ਼ਿਆਦਾ ਹੁਣ ਦੇਖੋ ਇਹਨਾਂ ਨੇ ਚੰਡੀ ਦੀ ਵਾਰ ਦਾ ਦਿੱਤਾ, ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਖਸ਼ ਰਣੋ ਨਾ ਭੱਜਣ, ਰੋਹੇ ਰੋਲੇ, ਸ਼ੀਹਾਂ ਵਾਂਗੂ ਗੱਜਣ ਸਭੇ ਸੂਰਮੇ, ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ। ਤਾਂ ਦੇਖੋ ਇਹ ਦੈਂਤ ਜਿਹੜੇ ਸੀ ਉਹਨੂੰ ਜਿਵੇਂ ਦੁਰਗਾ ਮਾਤਾ ਤੇ ਦੈਂਤ ਹੈ ਨਾ ਜਿਹੜੇ ਸੀ ਵਿਰੋਧੀ ਧਿਰਾਂ ਸੀ, ਤਾਂ ਉਸ ਟਾਈਮ ਦੇ ਜਿਹੜਾ ਸੋਚ ਕੇ ਇਮੈਜਿਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀ ਇਹ ਚੰਡੀ ਦੀ ਵਾਰ। ਤਾਂ ਇਹਦੇ ਵਿੱਚ ਦੇਖੋ ਕਿੰਨਾ ਨਮੂਨਾ ਤੁਹਾਨੂੰ ਪੇਸ਼ ਹੋ ਰਿਹਾ ਕਿ ਇਹਦੇ ਵਿੱਚ ਜਿਹੜਾ ਹੈ ਵੀ ਨਗਾਰੇ ਵੱਜ ਰਹੇ ਸੀ, ਹੈ ਨਾ, ਤੇ ਜਿਹੜੇ ਦੁਸ਼ਮਣ ਸੀਗੇ, ਦੈਂਤ ਸੀਗੇ, ਦਾਨਵ ਸੀਗੇ, ਤਾਂ ਉਹ ਜਿਹੜੇ ਸੀਗੇ ਭੱਜਣ ਤੋਂ ਵੀ ਰਹਿ ਗਏ, ਜਿਹੜੇ ਰਾਖਸ਼ ਸੀ। ਤਾਂ ਕਿੰਨਾ ਕੁਝ ਜਿਹੜਾ ਇਹਦੇ ਵਿੱਚੋਂ ਦੇਖਣ ਨੂੰ ਆਪਾਂ ਨੂੰ ਮਿਲ ਰਿਹਾ। ਅਧਿਆਤਮਕ ਵਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਸਿੱਖ ਗੁਰੂ ਸਾਹਿਬਾਂ ਦੀਆਂ ਭਾਈ ਗੁਰਦਾਸ ਜੀ ਨੇ ਲਿਖੀਆਂ ਨੇ। ਭਾਈ ਗੁਰਦਾਸ ਜੀ ਦੀਆਂ ਵਾਰਾਂ ਬਹੁਤ ਇੰਪੋਰਟੈਂਟ ਨੇ। ਸੋ ਇਹਨਾਂ ਵਿੱਚ ਜਿਹੜਾ ਹੈ ਸ਼ਾਂਤ ਰਸ ਪ੍ਰਧਾਨ ਹੈ, ਠੀਕ ਹੈ। ਸੋ ਸੈਕਿੰਡ ਵਾਲਾ ਕੁਐਸਚਨ ਜਿਹੜਾ ਬਣ ਰਿਹਾ ਹੈਗਾ ਉਹ ਹੈ ਵੀਰ ਕਾਵ ਦੇ ਨਿਕਾਸ ਅਤੇ ਵਿਕਾਸ ਬਾਰੇ। ਇੰਪੋਰਟੈਂਟ ਕੁਐਸਚਨ ਹੈ, ਇੱਕ ਪਹਿਲੇ ਵਾਲਾ ਇੱਕ ਦੂਜੇ ਵਾਲਾ, ਠੀਕ ਹੈ। ਤਾਂ ਇਹ ਵੀ ਇੰਪੋਰਟੈਂਟ ਹੈ ਕਿ ਨਿਕਾਸ ਅਤੇ ਵਿਕਾਸ ਬਾਰੇ ਲਿਖੋ ਵੀਰ ਕਾਵ ਦੇ। ਪੰਜਾਬ ਦੇ ਵਾਸੀਆਂ ਨੂੰ ਸ਼ੁਰੂ ਤੋਂ ਹੀ ਭਾਰਤ ਉੱਤੇ ਹਮਲਾ ਕਰਨ ਵਾਲੇ ਜਰਵਾਣਿਆਂ ਨਾਲ ਟਾਕਰਾ ਕਰਨਾ ਪੈਂਦਾ। ਹੁਣ ਹਮਲਾਵਰ, ਠੀਕ ਹੈ, ਜਰਵਾਣੇ ਕੌਣ ਹੁੰਦੇ, ਹਮਲਾਵਰ। ਤਾਂ ਭਾਰਤ ਦੇ ਉੱਤੇ ਸ਼ੁਰੂ ਤੋਂ ਹੀ ਜਿਹੜੇ ਹੈ ਬਹੁਤ ਸਾਰੇ ਲੋਕਾਂ ਨੇ, ਹਮਲਾਵਰਾਂ ਨੇ ਹਮਲਾ ਕੀਤਾ ਔਰ ਪੰਜਾਬ ਦੇ ਰਸਤੇ ਤੋਂ ਦਿੱਲੀ ਆਏ ਨੇ ਤੇ ਕਬਜ਼ਾ ਕੀਤਾ, ਹੈ ਨਾ। ਤਾਂ ਇਸ ਲਈ ਇੱਥੇ ਸੂਰਬੀਰਾਂ ਦੀ ਉਤਸਤ ਦੇ ਵਿੱਚ ਵਾਰਾਂ ਜਿਹੜੀਆਂ ਨੇ ਜੋੜਨ ਦੀ ਬੜੀ ਰਵਾਇਤ ਪੁਰਾਣੀ ਹੈ। ਤਾਂ ਵਾਰਾਂ ਜਿਹੜੀਆਂ ਨੇ ਗਾਈਆਂ ਜਾਂਦੀਆਂ ਕਿਉਂਕਿ ਹਮਲਾਵਰਾਂ ਦਾ ਟਾਕਰਾ ਕਰਨ ਲਈ ਇੱਥੋਂ ਦੇ ਨੌਜਵਾਨਾਂ ਨੂੰ ਜਿਹੜਾ ਹੈ ਉਕਸਾਇਆ ਜਾਂਦਾ। ਤਾਂ ਵਾਰਾਂ ਗਾ ਕੇ ਹੀ ਜਿਹੜਾ ਹੈ ਉਕਸਾਇਆ ਜਾਂਦਾ ਹੈ। ਪੂਰਵ ਨਾਨਕ ਕਾਲ, ਮਤਲਬ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਇਹ ਢਾਡੀਆਂ ਵਾਰਾਂ ਵਗੈਰਾ ਸਾਰਾ ਕੁਝ ਲਿਖਿਆ ਜਾਂਦਾ ਹੋਏਗਾ, ਪਰ ਫਿਰ ਵੀ ਜਿਹੜਾ ਹੈ ਉਹ ਸਾਡੇ ਤੱਕ ਆ ਨਹੀਂ ਸਕੀਆਂ ਬਿਕੋਜ਼ ਉਸ ਟਾਈਮ ਜਿਹੜਾ ਸੀਗਾ ਇੰਨਾ ਜ਼ਿਆਦਾ ਲਿਖਣ ਦਾ ਕੰਮ ਪ੍ਰਚਲਿਤ ਨਹੀਂ ਸੀ। ਸੋ ਆਦਿ ਗ੍ਰੰਥ ਦੀਆਂ 22 ਵਾਰਾਂ ਵਿੱਚੋਂ 9 ਵਾਰਾਂ ਨੂੰ ਪੁਰਾਤਨ ਲੋਕ ਵਾਰਾਂ ਦੀਆਂ ਧੁਨੀਆਂ ਉੱਤੇ ਗਾਉਣ ਦਾ ਸੰਕੇਤ ਕੀਤਾ ਗਿਆ, ਜਿਵੇਂ ਆਸਾ ਦੀ ਵਾਰ ਨੂੰ ਟੁੰਡੇ ਸਰਾਜੇ ਦੀ ਵਾਰ ਦੀ ਧੁਨੀ ਉੱਤੇ ਗਾਉਣ ਦੀ ਹਦਾਇਤ ਹੈ। ਤਾਂ ਇਹਨਾਂ ਪੁਰਾਤਨ ਵਾਰਾਂ ਦੇ ਨਾਮ ਹੁਣ ਦੇਖੋ, ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਲਿਖ ਸਕਦੇ ਹੋ। ਟੁੰਡੇ ਅਸਰਾਜੇ ਦੀ ਵਾਰ, ਸਿਕੰਦਰ ਇਬਰਾਹਿਮ ਦੀ ਵਾਰ, ਰਾਏ ਕਮਾਲ ਦੀ ਮੌਜਦੀ ਕੀ ਵਾਰ, ਲੱਲਾ ਬਹਲਿਮਾ ਦੀ ਵਾਰ, ਰਾਏ ਹਸਨੇ ਦੀ ਵਾਰ, राय हसने मेमे दी वार, वार मूसे की, मलक मुरीद तथा चंद हदड़ा सोया दी वार,
ਜੋਧੇ ਵੀਰੇ ਪੂਰਬ ਬਾਣੀ ਦੀ ਵਾਰ, ਰਾਣਾ ਕੈਲਾਸ਼ ਤਥਾ ਮਾਲ ਦੇ ਦੀ ਵਾਰ। ਤਾਂ ਇਹਦੇ ਵਿੱਚੋਂ ਤੁਸੀਂ ਵਾਰ ਮੂਸੇ ਕੀ ਤੁਹਾਨੂੰ ਫਟਾਫਟ ਆਈ ਗੈਸ ਯਾਦ ਹੋ ਜਾਣੀ ਹੈ, ਠੀਕ ਹੈ। ਤਾਂ ਲਲਾ ਬਹਿਲੀਮਾ ਦੀ ਵਾਰ, ਰਾਏ ਕਮਾਲ ਦੀ ਮੌਜਦੀ ਦੀ ਵਾਰ। ਤਾਂ ਇਹਦੇ ਵਿੱਚੋਂ 3-4 ਕਰ ਲਿਓ। ਤਾਂ ਇਹ ਸਾਰੀਆਂ ਵਾਰਾਂ ਜਿਹੜੀਆਂ ਨੇ ਪ੍ਰਸਿੱਧ ਨੇ। ਇਹਨਾਂ ਵਾਰਾਂ ਵਿੱਚੋਂ 3 ਦਾ ਸੰਬੰਧ ਅਕਬਰ ਅਤੇ ਜਹਾਂਗੀਰ ਦੇ ਕਾਲ ਅਰਥਾਤ ਨਾਨਕ ਕਾਲ ਦੇ ਨਾਲ ਹੈ। ਤਾਂ ਪਰੰਤੂ ਜਿਹੜੀਆਂ ਹੋਰ 6 ਨੇ ਉਹਨਾਂ ਦਾ ਪੂਰਵ ਨਾਨਕ ਕਾਲ, ਮਤਲਬ ਪਹਿਲਾਂ ਨਾਨਕ ਜੀ ਤੋਂ ਪਹਿਲਾਂ ਲਿਖੀਆਂ ਗਈਆਂ ਨੇ। ਇਹਨਾਂ ਵਾਰਾਂ ਲੋਕਾਂ ਵਿੱਚ, ਇਹ ਜਿਹੜੀਆਂ ਵਾਰਾਂ ਸੀਗੀਆਂ ਲੋਕਾਂ ਦੇ ਵਿੱਚ ਆਮ ਪ੍ਰਚਲਿਤ ਸੀਗੀਆਂ ਅਤੇ ਅਧਿਆਤਮਕ ਵਾਰਾਂ ਵਾਂਗ ਇਹਨਾਂ ਨੂੰ ਵਾਰਾਂ ਦੀਆਂ ਧੁਨੀਆਂ ਦੇ ਉੱਤੇ ਗਾਉਣ ਦੀ ਆਦੇਸ਼ ਦਿੱਤਾ ਗਿਆ ਹੈ। ਪਰ ਇਹ ਜਿਹੜੀਆਂ ਵਾਰਾਂ ਨੇ ਅੱਧੀਆਂ ਅਧੂਰੀਆਂ ਨੇ, ਪੂਰੇ ਰੂਪ ਦੇ ਵਿੱਚ ਜਿਹੜੀਆਂ ਨੇ ਪ੍ਰਸਤੁਤ ਨਹੀਂ ਹੈਗੀਆਂ। ਕੁਝ ਕੁ ਟੋਟੇ ਇਹਨਾਂ ਦੇ ਦਿੱਤੇ ਗਏ ਨੇ। ਗੁਰਮਤ ਨਿਰਣੇ ਸਾਗਰ ਜਿਹੜੀ ਕਿ ਪੁਸਤਕ ਹੈਗੀ ਹੈ ਪੰਡਿਤ ਤਾਰਾ ਸਿੰਘ ਨਰੋਤਮ ਦੀ। ਵਾਰਾਂ ਪੂਰੀਆਂ ਨਾ ਮਿਲਣ ਕਰਕੇ ਨਾ ਹੀ ਕਵੀਆਂ ਦਾ ਪਤਾ ਲੱਗਿਆ ਅਤੇ ਨਾ ਹੀ ਉਹਨਾਂ ਦਾ ਰਚਨਾ ਕਾਲ ਬਾਰੇ, ਅੱਧੀਆਂ ਅਧੂਰੀਆਂ ਨੇ ਕਈ, ਹੈ ਨਾ। ਕਈ ਸ਼ਾਮਿਲ ਕੀਤੀਆਂ ਗਈਆਂ ਨੇ ਆਪਣੀ ਬਾਣੀ ਵਿੱਚ, ਕਈ ਜਿਹੜੀਆਂ ਨੇ ਰਹਿ ਗਈਆਂ ਕਿਉਂਕਿ ਉਹਨਾਂ ਦੇ ਬਾਰੇ ਪੂਰੀ ਪ੍ਰੋਪਰ ਜਾਣਕਾਰੀ ਹੈ ਨਹੀਂ। ਇਹਨਾਂ ਵਾਰਾਂ ਦੀਆਂ ਕਹਾਣੀਆਂ ਵਿੱਚ ਜੰਗਾਂ ਯੁੱਧਾਂ ਦਾ ਵੀ ਵਰਣਨ ਹੈ। ਈਰਖਾ, ਜਬਰ, ਕਾਮ, ਪਿਆਰ, ਵਿਸ਼ਵਾਸਘਾਤ ਅਤੇ ਅਣਖ ਦੇ ਕਰਕੇ ਜਿਹੜੀਆਂ ਸੀ ਇਹ ਵਾਰਾਂ, ਜਿਹੜੀਆਂ ਵੀ ਲੜਾਈਆਂ ਲੜੀਆਂ ਗਈਆਂ ਸੀ ਤਾਂ ਉਹਦੇ ਵਿੱਚ ਜਿਹੜਾ ਹੈ ਇਸਦਾ ਦੇਖਣ ਨੂੰ ਮਿਲਦਾ ਹੈ। ਆਕਾਰ ਵਿੱਚ ਇਹ 5-7 ਸਤਰਾਂ ਤੱਕ ਹੀ ਸੀਮਤ ਨੇ, ਇਸ ਕਰਕੇ ਇਹ ਅਪੂਰਨ ਨੇ ਕਿਉਂਕਿ 5-7 ਦੀਆਂ ਲਾਈਨ ਦੀਆਂ ਵਾਰਾਂ ਨਹੀਂ ਹੁੰਦੀਆਂ। ਇਹਨਾਂ ਦਾ ਵਿਸ਼ਾ ਜਿਹੜਾ ਹੈ ਲੜਾਈਆਂ, ਪੜ੍ਹਾਈਆਂ ਅਤੇ ਯੋਧੇ ਵੰਗਾਰਨਾ, ਲਲਕਾਰਨਾ, ਹਥਿਆਰਾਂ ਨਾਲ ਹਮਲੇ ਕਰਦੇ ਜਿਹੜੇ ਹੈ ਇਹ ਸਾਰੀਆਂ ਚੀਜ਼ਾਂ ਦਿਖਾਈਆਂ ਗਈਆਂ। ਦੂਜੇ ਪਾਸੇ ਤੋਂ ਟਾਕਰਾ ਹੁੰਦਾ ਹੈ ਅਤੇ ਇਸ ਤਰ੍ਹਾਂ ਇਹ ਆਪਣੇ ਦੇਸ਼ ਦੇ ਨਾਲ ਵੀਰ ਰਸ ਦਾ ਸੰਚਾਰ ਕਰਦੀਆਂ ਨੇ। ਹਰੇਕ ਵਾਰ ਦੀ ਰਚਨਾ ਨਿਸ਼ਾਨੀ ਛੰਦ ਵਿੱਚ ਰਚੀ ਪੌੜੀ ਹੈ। ਢਾਡੀਆਂ ਨੇ ਇਹਨਾਂ ਨੂੰ ਗਾਉਣ ਲਈ ਵਿਸ਼ੇਸ਼ ਧੁਨੀਆਂ ਜਿਹੜੀਆਂ ਨੇ ਬੰਨੀਆਂ ਹੋਈਆਂ। ਹੁਣ ਦੇਖੋ ਵਾਰਾਂ ਦੀ ਜਿਹੜੀ ਬੋਲੀ ਹੁੰਦੀ ਹੈ ਉਹ ਖੜਕਵੀਂ ਗੜਕਵੀਂ ਹੁੰਦੀ ਹੈ ਅਤੇ ਪੰਜਾਬੀ ਬੋਲੀ 'ਤੇ ਅਸਰ ਪਿਆ ਹੋਇਆ ਫਾਰਸੀ ਸ਼ਬਦਾਵਲੀ ਦਾ ਤਾਂ ਉਹ ਸਾਫ਼ ਝਲਕਦਾ। ਫਤਿਹ, ਮੰਡਿਆ, ਰਾਤਬਾ, ਮੂਸਾ, ਫਿਰਾਊਨ, ਟੀਮਾ ਆਦਿ ਜਿਹੜੇ ਸ਼ਬਦ ਨੇ ਯੂਜ਼ ਕੀਤੇ ਗਏ ਨੇ। ਗੁਰੂ ਕਾਲ ਦੇ ਵਿੱਚ ਰਚੀ ਗਈ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਸਮੁੱਚੇ ਪੰਜਾਬੀ ਸਾਹਿਤ ਦੀ ਸਰਬਉੱਤਮ ਰਚਨਾ ਹੈ। ਇਸ ਦੀ ਕਹਾਣੀ ਮਾਰਕੰਡੇ ਪੁਰਾਣ ਦੇ ਵਿੱਚੋਂ ਲਈ ਗਈ ਹੈ। ਵੀਰ ਰਸ ਨਾਲ ਇਹ ਭਰਪੂਰ ਹੈ ਅਤੇ ਇਸ ਦੇ ਵਿੱਚ ਜਿਹੜਾ ਹੈ ਸਜੀਵ ਵਾਤਾਵਰਣ ਚਿੱਤਰਨ ਹੈ। ਜੰਗੀ ਨਾਦ, ਢੋਲ, ਨਗਾਰੇ ਵੱਜ ਰਹੇ ਨੇ। ਯੋਧੇ ਕ੍ਰੋਧਵਾਨ ਹੋਏ ਇੱਕ ਦੂਜੇ 'ਤੇ ਵਾਰ ਕਰ ਰਹੇ ਨੇ। ਬੇਅੰਤ ਸੂਰਮੇ ਮਰ ਰਹੇ ਨੇ। ਤਾਂ ਇੱਥੇ ਜਿਹੜੀ ਹੈ ਸਿਰਖੰਡੀ ਛੰਦ ਨਿਸ਼ਾਨੀ ਅਤੇ ਸਿਰਖੰਡੀ ਛੰਦ ਦੀ ਵਰਤੋਂ ਜਿਹੜੀ ਹੈਗੀ ਹੈ ਕੀਤੀ ਗਈ ਹੈ, ਠੀਕ ਹੈ। ਇਹ ਜਿਹੜਾ ਹੈਗਾ ਤੁਸੀਂ ਇਹ ਵੀ ਐਜ਼ ਇਟ ਇਜ਼ ਹੀ ਲਿਖ ਸਕਦੇ ਹੋ। ਅਗਰ ਤੁਹਾਡੇ ਪੇਪਰ 'ਚ ਆ ਗਈ ਫੋਰ ਐਗਜ਼ਾਮਪਲ ਪ੍ਰਸੰਗ ਸਾਹਿਤ ਵਿਆਖਿਆ 'ਚ ਇਹ ਲਾਈਨਸ ਆ ਗਈਆਂ ਤਾਂ ਤੁਸੀਂ ਇੱਥੇ ਵੀਰ ਕਾਵ ਦੇ ਵਿੱਚ ਵੀ ਲਿਖ ਸਕਦੇ ਹੋ, ਠੀਕ ਹੈ। ਵਾਰਾਂ ਦੇ ਵਿੱਚ ਸਮੁੱਚੇ ਤੌਰ ਦੇ ਉੱਤੇ ਇਸ ਨਾਲ ਕਾਲ ਵਿੱਚ ਚੰਡੀ ਦੀ ਵਾਰ ਦੀ ਰਚਨਾ ਪੰਜਾਬੀ ਵਾਰ ਸਾਹਿਤ ਜਿਹੜਾ ਹੈ ਆਪਣੇ ਸਿਖਰ 'ਤੇ ਪਹੁੰਚਿਆ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈ ਵੀਰ ਰਸ ਦੀ ਰਚਨਾ ਕੀਤੀ। ਅਬਦੁੱਲਾ, ਨਿਆਮਤ ਖਾਨ ਜਾਨ, ਪੀਰ ਮੁਹੰਮਦ ਕਾਸਬੀ, ਹਾਫਿਜ਼ ਬਰਖੁਰਦਾਰ। ਸੋ ਇਹਨਾਂ ਤੋਂ ਇਲਾਵਾ ਇਸ ਕਾਲ ਵਿੱਚ ਗੁਰੂ ਸਾਹਿਬਾਂ ਨੇ ਭਾਈ ਗੁਰਦਾਸ ਜੀ ਨੇ 39 ਅਧਿਆਤਮਕ ਵਾਰਾਂ ਦੀ ਰਚਨਾ ਕੀਤੀ। ਤਾਂ ਇਹ ਜਿਹੜੀਆਂ ਵਾਰਾਂ ਨੇ ਭਾਈ ਗੁਰਦਾਸ ਜੀ ਦੀਆਂ ਅਧਿਆਤਮਕ ਵਾਰਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਤਾਂ ਗੁਰੂ ਜੀ ਤੋਂ 18ਵੀਂ ਸਦੀ ਅਰਥਾਤ ਪਿਛਲੇ ਮੁਗਲ ਕਾਲ 1701 ਤੋਂ 1800, 19ਵੀਂ ਸਦੀ ਅਰਥਾਤ ਸਿੱਖ ਰਾਜ ਕਾਲ 1801 ਤੋਂ 50 ਤੱਕ ਪੰਜਾਬੀ ਵਿੱਚ ਵੀਰ ਕਾਵ ਪਰੰਪਰਾ ਨਿਰੰਤਰ ਜਾਰੀ ਰਹੀ ਅਤੇ 18ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਮੀਰ ਮੁਸ਼ਕੀ, ਮੀਰ ਛਬੀਲਾ ਦੋ ਪ੍ਰਸਿੱਧ ਵਾਰ ਨਾਇਕ ਸੀਗੇ ਜਿਹੜੇ ਵਾਰਾਂ ਗਾਉਂਦੇ ਹੁੰਦੇ ਸੀਗੇ, ਠੀਕ ਹੈ, ਅਤੇ ਵਾਰਾਂ ਦੀ ਰਚਨਾ ਵੀ ਕਰਦੇ ਹੁੰਦੇ ਸੀ। ਖਾਲਸੇ ਦੀ ਵਾਰ ਹੋ ਗਈ, ਭੇੜਾ ਪਾਤਸ਼ਾਹੀ, ਗੁਰੂ ਗੋਬਿੰਦ ਸਿੰਘ ਜੀ ਦੀ ਵਾਰ, ਕਰਤਾ ਅਣਿਯਰਾਈ, ਲਵ ਕੁਸ਼ ਦੀ ਵਾਰ, ਕਰਤਾ ਯਸ਼ੋਦਾ ਨੰਦਨ, ਕਿਸ਼ਨ ਭਗਵਾਨ ਦੀ ਵਾਰ, ਕਰਤਾ ਤੇਜਭਾਨ, ਜੰਗਨਾਮਾ, ਕਰਤਾ ਮੁਕਬਲ, ਚੱਠਿਆਂ ਦੀ ਵਾਰ, ਕਰਤਾ ਪੀਰ ਮੁਹੰਮਦ, ਫਤਿਹਨਾਮਾ, ਕਰਤਾ ਦਿਆਲ ਸਿੰਘ। ਕਰਤਾ ਤੁਸੀਂ ਮੂਰੇ ਲਗਾਉਣਾ ਇਹਨਾਂ ਦੇ ਅੱਗੇ। ਨਾਦਰ ਸ਼ਾਹ ਦੀ ਵਾਰ ਇੰਪੋਰਟੈਂਟ ਹੈ। ਇਹ ਕਰਤਾ ਨਜ਼ਾਬਤ ਦੀ ਲਿਖੀ ਹੋਈ ਹੈ। ਇਹ ਪ੍ਰਸਿੱਧ ਵੀਰ ਰਸੀ ਰਚਨਾਵਾਂ ਨੇ ਅਤੇ ਕਾਫੀ ਸਾਰੀਆਂ ਰਚਨਾਵਾਂ ਸਿੱਖ ਰਾਜਕਾਲ ਦੇ ਵਿੱਚ ਵੀ ਜਿਹੜੀਆਂ ਸੀਗੀਆਂ ਲਿਖੀਆਂ ਗਈਆਂ, ਪਰ ਇਹ ਵਾਰਾਂ ਜੰਗਨਾਮੇ ਦੇ ਅਕੋਰਡਿੰਗ ਜਿਹੜੀਆਂ ਸੀ ਲਿਖੀਆਂ ਗਈਆਂ। ਅਤੇ ਸਿੱਖ ਰਾਜਕਾਲ ਵਿੱਚ ਵੀਰ ਕਾਵ ਦੀ ਰਚਨਾ ਦਾ ਆਰੰਭ ਕਾਦਰ ਯਾਰ ਦੀ ਰਚਨਾ ਹਰੀ ਸਿੰਘ ਨਲਵਾ, ਤਾਂ ਇਹ ਵੀ ਜਿਹੜੀ ਸੀਗੀ ਇਹ ਵੀਰ ਰਸ ਦੇ ਵਿੱਚ ਹੀ ਲਿਖੀ ਗਈ ਸੀ, ਠੀਕ ਹੈ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਇਹ ਤੁਸੀਂ ਬਣਾ ਕੇ ਕੁਐਸਚਨ ਲਿਖ ਸਕਦੇ ਹੋ। ਤਾਂ ਜੰਗਨਾਮਾ ਸਰਦਾਰ ਹਰੀ ਸਿੰਘ ਦੀ ਰਚਨਾ ਰਾਮਦਿਆਲ ਨੇ ਕੀਤੀ। ਇਹ ਥੋੜੀ ਜਿਹੀ ਸਧਾਰਨ ਪਦ ਦੀ ਵਾਰ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ
ਨਿਹਾਲ ਸਿੰਘ ਨੇ ਬੈਂਤਾ ਸ਼ੇਰ ਸਿੰਘ ਦੀ ਰਚਨਾ ਕੀਤੀ, ਉਹ ਵੀ ਸਧਾਰਨ ਕਿਰਤ ਹੈ। ਸ਼ਾਹ ਮੁਹੰਮਦ ਦੀ ਜੰਗ ਨਾਮਾ ਸਿੰਘ ਤੇ ਫਰੰਗੀਆਂ ਨੂੰ, ਇਹ ਵੀ ਜਿਹੜੀ ਹੈਗੀ ਹੈ ਸ਼ਾਹਕਾਰ ਹੈਗਾ, ਮਤਲਬ ਬਹੁਤ ਹੀ ਉਮਦਾ ਜਿਹੜੀ ਹੈਗੀ ਹੈ ਇਸਨੇ ਵਾਰ ਲਿਖੇ ਸ਼ਾਹ ਮੁਹੰਮਦ ਨੇ। ਤੋ ਇਸ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਿਰਦੀ, ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਲੜਾਈਆਂ, ਅੰਗਰੇਜ਼ਾਂ ਅਤੇ ਪੰਜਾਬ ਉੱਤੇ ਕਬਜ਼ਾ ਹੋਣ ਦੀਆਂ ਘਟਨਾਵਾਂ ਨੂੰ ਜ਼ਿਕਰ ਜਿਹੜਾ ਹੈ ਪਾਇਆ ਗਿਆ ਹੈ। ਕਵਿਤਾ ਛੰਦਾਬੱਦੀ, ਬੋਲੀ, ਆਰੰਭਕ ਸਿਰਜਣਾ ਅਤੇ ਸੰਜਮ ਦੇ ਪੱਖ ਤੋਂ ਬਹੁਤ ਉੱਤਮ ਹੈ। ਤਾਂ ਇਹ ਜਿਹੜੀਆਂ ਸੀ ਬਹਾਦਰੀ ਦੀਆਂ ਲਿਖੀਆਂ ਹੋਈਆਂ, ਬਹਾਦਰੀ ਦੇ ਵਿੱਚ ਵਾਰਾਂ ਨੇ, ਬਹੁਤ ਇੰਪੋਰਟੈਂਟ ਹੈ। ਉਸ ਤੋਂ ਬਾਅਦ 'ਚ ਜਿਹੜੀ ਹੈਗੀ ਹੈ ਜੰਗਨਾਮਾ ਲਾਹੌਰ ਕ੍ਰਿਤ ਭਾਈ ਕਾਹਨ ਸਿੰਘ ਅਤੇ ਜੰਗਨਾਮਾ ਸਿੰਘ ਤੇ ਫਰੰਗੀਆਂ ਕਿਰਤ ਮਟਕ ਵੀ ਇਸੇ ਕਾਲ ਦੀਆਂ ਮਹੱਤਵਪੂਰਨ ਵੀਰ ਰਸੀ ਕਿਰਤਾਂ ਨੇ। ਤਾਂ ਇਹਦੇ ਵਿੱਚੋਂ ਤੁਸੀਂ ਕੁਝ ਨਾਮ ਯਾਦ ਜਿਹੜੇ ਤੁਹਾਨੂੰ ਹੋ ਜਾਣਗੇ ਤੁਸੀਂ ਕਰ ਸਕਦੇ ਹੋ। ਤੇ 20ਵੀਂ ਸਦੀ ਦੇ ਵਿੱਚ ਪੰਜਾਬੀ ਕਵਿਤਾ ਵਿੱਚ ਰਵਾਇਤੀ ਕਿੱਸਾਕਾਰੀ ਦੀ ਪਰੰਪਰਾ, ਕਿੱਸਿਆਂ, ਸਾਖੀਆਂ, ਢਾਡੀ ਵਾਰਾਂ ਕਵਿਸ਼ਰੀ ਦੇ ਰੂਪ ਦੇ ਵਿੱਚ ਕਿਤੇ ਕਿਤੇ ਕਾਇਮ ਰਹੀ। ਤਾਂ ਜਿਹੜੀ ਪਹਿਲਾਂ ਸੀਗੀਆਂ ਵਾਰਾਂ ਲਿਖੀਆਂ ਜਾਂਦੀਆਂ ਸੀ, ਉਸ ਤੋਂ ਬਾਅਦ 'ਚ ਜਿਹੜਾ ਹੈ ਕਿੱਸਿਆਂ ਦੇ ਵਿੱਚ, ਸਾਖੀਆਂ ਦੇ ਵਿੱਚ, ਢਾਡੀ ਵਾਰਾਂ ਦੇ ਵਿੱਚ ਆ ਗਈ, ਕਵਿਸ਼ਰੀ ਦੇ ਰੂਪ 'ਚ ਆ ਗਈ। ਪਰ ਹੌਲੀ ਹੌਲੀ ਇਹ ਜਿਹੜੀ ਆ ਅਲੋਪ ਹੁੰਦੀ ਜਾ ਰਹੇ ਜਿਹੜੇ ਵਾਰਾਂ ਨੇ ਆਪਣੀਆਂ। ਇਸ ਵਿੱਚ ਰੂਹਾਨੀ ਸਿੱਖਿਆ, ਸਰਬ ਸਾਂਝੇਦਾਰੀ, ਸਦਾਚਾਰਕ ਭਾਵਾਂ ਦੇ ਪ੍ਰਗਟਾਵੇ, ਪਰਾ ਸਰੀਰਕ ਅੰਸ਼ਾਂ, ਗੁਰੂਆਂ, ਪੀਰਾਂ, ਦੇਵੀ ਦੇਵਤਿਆਂ ਅਤੇ ਸੰਤਾਂ ਦੀ ਮਾਨਤਾ ਨੂੰ ਪਹਿਲ ਦਿੱਤੀ ਗਈ ਹੈ। ਅਤੇ ਪਾਤਰ ਵਿਸ਼ੇਸ਼ ਤੌਰ 'ਤੇ ਨਾਇਕ ਰਹੇ ਨੇ, ਜਿਹਦੇ ਵਿੱਚ ਸਿੰਘ, ਸੂਰਮੇ, ਸ਼ਹਿਜ਼ਾਦੇ, ਚੋਰ, ਡਾਕੂ, ਪ੍ਰੀਤ ਨਾਇਕ ਅਤੇ ਗੁਰੂ ਵਗੈਰਾ ਜਿਹੜੇ ਨੇ ਸ਼ਾਮਲ ਨੇ। ਹੁਣ ਦੇਖੋ ਚੰਡੀ ਦੀ ਵਾਰ ਦੁਰਗਾ ਜੀ 'ਤੇ ਲਿਖੀ ਹੋਈ ਹੈ, ਹੈ ਨਾ, ਦੁਰਗਾ ਮਾਤਾ 'ਤੇ ਆਪਣੇ 'ਤੇ। ਤਾਂ ਬਹੁਤ ਸਾਰੇ ਜਿਹੜੇ ਆ ਹਰੀ ਸਿੰਘ ਨਲਵਾ 'ਤੇ ਲਿਖੀ ਹੋਈ ਹੈ। ਤਾਂ ਕਾਫੀ ਸਾਰੀਆਂ ਵਾਰਾਂ ਯੋਧਿਆਂ ਸੂਰਮਿਆਂ ਦੇ ਉੱਤੇ ਲਿਖੀਆਂ ਗਈਆਂ ਨੇ। ਢਾਡੀ ਵਾਰਾਂ ਰੂਪ ਬਸੰਤ, ਜਾਨੀ ਚੋਰ, ਸੱਚਾ ਸਿੰਘ ਸੂਰਮਾ, ਦੁੱਲਾ ਭੱਟੀ ਦੇ ਉੱਤੇ ਵੀ ਵਾਰ ਲਿਖੀ ਗਈ ਹੈ ਨਾ, ਜਿਉਣਾ ਮੋੜ ਦੇ ਉੱਤੇ ਵੀ ਜਿਹੜੀ ਆ ਵਾਰ ਲਿਖੀ ਹੋਈ ਹੈ। ਤੇ ਇਹ ਇੰਪੋਰਟੈਂਟ ਹੈ। ਢਾਡੀ ਕਵੀਸ਼ਰਾਂ ਵਿੱਚ ਬਾਬੂ ਰਜਬ ਅਲੀ, ਸੋਹਣ ਸਿੰਘ ਸੀਤਲ, ਕਰਤਾਰ ਸਿੰਘ ਕਲਾਸਵਾਲੀਆ ਦੇ ਨਾਮ ਪ੍ਰਸਿੱਧ ਨੇ। ਸੋ 20ਵੀਂ ਸਦੀ ਦੇ ਵਿੱਚ ਜਿਹੜੀ ਹੈ ਫਿਰੋਜ਼ਦੀਨ ਸਰਫ ਹੋ ਗਏ, ਪ੍ਰੋਫੈਸਰ ਮੋਹਨ ਹੋ ਗਏ, ਹਜ਼ਾਰਾ ਸਿੰਘ ਗੁਰਦਾਸਪੁਰੀ ਹੋ ਗਏ, ਹਰਿੰਦਰ ਸਿੰਘ ਰੂਪ ਹੋ ਗਏ, ਇਹਨਾਂ ਨੇ ਵਾਰਾਂ ਦੀ ਰਚਨਾ ਕੀਤੀ ਹੈ। ਪਰ ਵਰਤਮਾਨ ਸਮੇਂ ਦੇ ਵਿੱਚ ਇਹ ਰੁਚੀ ਅਲੋਪ ਹੁੰਦੀ ਜਾ ਰਹੀ ਹੈ, ਬਹੁਤ ਘੱਟ ਹੈ। ਤਾਂ ਤੁਸੀਂ ਕੁਝ ਕੁ ਨਾਮ ਜਿਹੜੇ ਆ ਯਾਦ ਰੱਖ ਸਕਦੇ ਹੋ, ਕੁਝ ਕੁ ਲਾਈਨਾਂ ਤੁਸੀਂ ਯਾਦ ਰੱਖ ਸਕਦੇ ਹੋ। ਕੱਲ੍ਹ ਅਗਰ ਕੋਸ਼ਿਸ਼ ਹੈ ਕਿ ਤੁਹਾਨੂੰ ਪੇਪਰ ਦੇ ਵਿੱਚ ਜਿਹੜਾ ਹੈ ਚੰਡੀ ਦੀ ਵਾਰ ਆ ਜਾਵੇ, ਤਾਂ ਉਹਦੀਆਂ ਤੁਸੀਂ ਲਾਈਨਾਂ ਦੇ ਵਿੱਚ ਜਿਹੜੀਆਂ ਹੈ 2-3 ਵਾਰ ਲਿਖ ਸਕਦੇ ਹੋ, ਠੀਕ ਹੈ। ਸੋ ਹੋਪ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇਗਾ। ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ। ਧੰਨਵਾਦ।